ਵੱਡੇ ਭਰਾ ਦੇ ਹੱਥ ਵਿੱਚ ਛੁਰੀ ਫੜਾ ਕੇ ਆਪਣੇ ਗਲੇ ਤੇ ਰੱਖ ਕੇ ਤੇ ਉਹਨੂੰ ਕਹਿੰਦਾ ਕਿ ਲੈ ਮੇਰਾ ਗਲਾ ਵੱਢ ਦੇ, ਮੈਨੂੰ ਜਾਨੂ ਮਾਰ ਦੇ। ਰਹਿੰਦੀ ਖੈਂਦੀ ਕਸਰ ਜਿਹੜੀ ਹੈ ਉਹ ਡਾਕਟਰਾਂ ਨੇ ਕੱਢ ਦਿੱਤੀ। ਜਵਾਨ ਕਹਿੰਦਾ 15 ਸਾਲ ਹੋ ਗਏ ਸੀ ਮੈਨੂੰ ਪਰਦੇਸ ਕੱਟਦਿਆਂ ਤੇ ਮੈਂ ਕਦੇ ਇਹ ਨਹੀਂ ਸੋਚਿਆ ਕਿ ਪੈਸਾ ਆਪਣੇ ਕੋਲ ਰੱਖਣਾ ਜਾਂ ਆਪਣੇ ਤੇ ਲਾਣਾ। ਕਹਿੰਦਾ ਜਿਹੜੇ ਡੇਰੇ ਤੇ ਮੁੜੇ ਰਹਿੰਦੇ ਨੇ, ਕਦੇ ਉਹ ਪੀਜ਼ੇ ਮੰਗਾਉਂਦੇ ਨੇ, ਕਦੇ ਉਹ 버ਗਰ ਖਾਂਦੇ ਨੇ। ਕਹਿੰਦਾ ਇੱਕ ਦਿਨ ਵੀ 버ਗਰ ਨਹੀਂ ਖਾਦਾ, ਇੱਕ ਦਿਨ ਵੀ ਪੀਜ਼ਾ ਨਹੀਂ ਖਾਦਾ, ਨਾ ਹੀ ਉਹਨਾਂ ਮੁੰਡਿਆਂ ਕੋਲ ਲੈ ਕੇ ਕਦੇ ਖਾਦਾ, ਕਿਉਂਕਿ ਉਹ ਬਾਅਦ ਚ ਗੱਲਾਂ ਕਰਨਗੇ। ਫਿਰ ਵੀ ਉਹ ਮੈਨੂੰ ਆਖਦੇ ਸੀ ਕਿ ਯਾਰ ਤੂੰ ਬੜਾ ਚਵਲ ਹੈ, ਤੂੰ ਤਾਂ ਕਦੇ ਫਰੂਟ ਵੀ ਨਹੀਂ ਲਿਆ ਕੇ ਖਾਦਾ, ਇਤਨੇ ਪੈਸੇ ਨਾ ਟੋਰਿਆ ਕਰ, ਪਿਛਲੇ ਕੋਈ ਨੂੰ ਕਦਰ ਕਰਦੇ। ਲੇਕਿਨ ਕਹਿੰਦਾ ਮੈਂ ਉਹਨਾਂ ਦੀ ਕਦੇ ਗੱਲ ਨਹੀਂ ਸੀ ਸੁਣੀ, ਮੈਨੂੰ ਆਪਣੇ ਘਰ ਦੇ ਹਾਲਾਤ ਪਤਾ ਸੀ। ਕਹਿੰਦਾ ਜਿਹੜਾ ਪੈਸਾ ਕਮਾਣਾ ਉਹ ਘਰ ਹੀ ਟੋਰਨਾ। ਕਹਿੰਦਾ ਕਿਸੇ ਬੰਦੇ ਨੇ ਆਖਿਆ ਨਾ ਕਿ ਰਾਤੀ ਕੰਮ ਹੈ ਤੇ ਕਹਿੰਦਾ ਫਿਰ ਰਾਤੀ ਵੀ ਮੈਂ ਕੰਮ ਤੇ ਟੁਰ ਗਿਆ। ਕਹਿੰਦਾ ਬਿਲਕੁਲ ਮੈਂ ਸੁੱਕੇ ਆਸਾਂ। ਕਹਿੰਦਾ ਮੇਰੀ ਉਮਰ ਢੇਰ ਹੋ ਗਈ ਸੀ। ਫਿਰ ਮੈਂ ਘਰਦਿਆਂ ਨੂੰ ਆਖਿਆ ਕੋਈ ਸ਼ਾਦੀ ਦੇ ਬਾਰੇ ਸੋਚੋ। ਕਹਿੰਦਾ ਉਹਨਾਂ ਮੇਰੇ ਵਾਸਤੇ ਜਿਹੜਾ ਰਿਸ਼ਤਾ ਤੱਕਿਆ ਉਹ ਚੰਗੀ ਭਾਰੀ ਕੁੜੀ ਸੀ ਤੇ ਮੈਨੂੰ ਇੱਕ ਦੋ ਰਿਸ਼ਤੇਦਾਰ ਨੇ ਫੋਨ ਕਰਕੇ ਦੱਸਿਆ ਕਿ ਤੇਰੇ ਵਾਸਤੇ ਤੇ ਕੁੜੀ ਬੜੀ ਭਾਰੀ ਪਸੰਦ ਕੀਤੀ ਨੇ, ਤੂੰ ਤੇ ਬਿਲਕੁਲ ਸੁੱਕੇ ਜਿਹਾ। ਮੈਨੂੰ ਕੋਈ ਟੈਨਸ਼ਨ ਨਹੀਂ, ਜਿਸ ਤਰ੍ਹਾਂ ਮੇਰੀ ਅੰਮਾ ਰਾ ਪਸੰਦ ਕੀਤੀ ਹੈ ਮੈਨੂੰ ਕਬੂਲ ਹੈ। ਕਹਿੰਦਾ ਮੇਰੀ ਸ਼ਾਦੀ ਰੱਖੀ ਸੀ ਨੇ, ਮੈਂ ਪਾਕਿਸਤਾਨ ਗਿਆ ਤੇ ਸਾਰੇ ਮਨ ਤਾਕਿਆ ਤੇਰੀ ਤੇ ਜਾਨ ਹੀ ਕੋਈ ਨਹੀਂ, ਉਹ ਤੇ ਤੈਨੂੰ ਝੋਲੀ 'ਚ ਬਹਿ ਕੇ ਖੜਾਏ ਕਰੇਗੀ। ਕਹਿੰਦਾ ਮੈਂ ਕਿਹਾ ਕੋਈ ਗੱਲ ਨਹੀਂ, ਜਿੰਨੇ ਮਰਜ਼ੀ ਤੁਸੀਂ ਮਜ਼ਾਕ ਉਡਾਣੇ ਨੇ ਉਡਾ ਲਓ। ਲੇਕਿਨ ਕਹਿੰਦਾ ਜਿਸ ਤਰ੍ਹਾਂ ਮੇਰੀ ਸ਼ਾਦੀ ਕੀਤੀ ਨੇ, ਘਰ ਲਿਆਂਦਾ ਨੇ, ਕਹਿੰਦਾ ਜੋ ਵੀ ਖਰਚਾ ਮੇਰੇ ਵੱਡੇ ਭਰਾ ਨੇ ਕੀਤਾ ਉਹਦੇ ਸਿਰ ਤੇ ਹੀ ਸਾਰਾ ਘਰ ਚੱਲਦਾ ਸੀ ਤੇ ਮੈਂ ਹਮੇਸ਼ਾ ਪੈਸੇ ਉਹਦੇ ਵਾਲੀ ਟੋਰੇ ਨੇ। ਕਹਿੰਦਾ ਉਹਦੇ बीवी ਬੱਚੇ ਨੇ ਤੇ ਉਹਨਾਂ ਸੋਹਣੇ ਕੱਪੜਾ ਜੁੱਤੀ ਪਾਇਆ ਹੁੰਦਾ ਤੇ ਮੇਰਾ ਵੀ ਇਹੀ ਦਿਲ ਕਰਦਾ ਸੀ ਕਿ ਭਰਾ ਦੇ ਬੱਚੇ ਜਿਹੜਾ ਚੰਗੇ ਸਕੂਲਾਂ 'ਚ ਪੜਨ ਤੇ ਚੰਗਾ ਕੱਪੜਾ ਜੁੱਤੀ ਪਾਣ। ਕਹਿੰਦਾ ਜਿਸ ਵੇਲੇ ਮੇਰੀ ਜਨਾਨੀ ਘਰ ਆ ਗਈ ਹੈ, ਕਹਿੰਦਾ ਬਹਰਹਾਲ ਉਹ ਜਿਹੜੀ ਹੈ ਘਰ ਦੇ ਕੰਮ ਇਤਨੇ ਨਹੀਂ ਸੀ ਕਰਦੀ, ਲੇਕਿਨ ਅੰਮਾ ਜੀ ਉਹਦੇ ਮਗਰ ਲੱਗੇ ਰਹਿੰਦੇ ਸੀ, ਭਰਾ ਵੀ ਮਗਰ ਲੱਗਾ ਰਹਿੰਦਾ ਸੀ। ਭਰਜਾਈ ਵੀ ਆਂਦੀ ਸੀ ਕਿ ਇਹ ਤੇ ਮੰਜੀ ਤੋਂ ਕੋਈ ਨਹੀਂ ਉੱਠਦੀ, ਇਹਨਾਂ ਨਾਲ ਟਾਈਮ ਲਾ ਦਿੰਦੀ ਹੈ। ਜੇ ਇਹਨੂੰ ਆਖੀਏ ਵੇੜੇ ਝਾੜੂ ਮਾਰ ਤੇ ਇਹਦੇ ਕੋਲੋਂ ਮਾਰਨ ਨਹੀਂ ਹੁੰਦਾ, ਭਾਂਡੇ ਧੋਣ ਲੱਗੇ ਤੇ ਆਸਤਾ ਆਸਤਾ ਪੂਰੀ ਦਿਹਾੜ ਜਿਹੜੀ ਆ ਉਹ ਭਾਂਡਿਆਂ ਤੇ ਲਾ ਦਿੰਦੀ ਹੈ। ਕਹਿੰਦਾ ਮੈਂ ਕਿਹਾ ਮੈਨੂੰ ਦੱਸੋ ਮੈਂ ਕੀ ਕਰਾਂ, ਹੁਣ ਇਹਨੂੰ ਤਲਾਕ ਦਿਆਂ ਤੇ ਤੁਸੀਂ ਆਖੋ ਤੇ ਮੈਂ ਤਲਾਕ ਵੀ ਦੇ ਦੇਣਾ। ਉਹ ਕਹਿੰਦੇ ਨਾ ਤਲਾਕ ਕੇ ਦੇਣੀ ਹੈ, ਇਹਨੂੰ ਸਮਝਾ ਕੇ ਤੇਜ਼ ਕੰਮ ਕਰੇ ਕਰ। ਕਹਿੰਦਾ ਮੈਂ ਕਿਹਾ ਮੈਂ ਕਿਸ ਤਰ੍ਹਾਂ ਆਖਾਂ। ਕਹਿੰਦਾ ਜੀ ਰੋਟੀ ਬਹੁਤ ਜ਼ਿਆਦਾ ਖਾਂਦੀ ਹੈ। ਕਹਿੰਦਾ ਮੈਂ ਕਿਹਾ ਮੈਂ ਫਿਰ ਕੀ ਕਰਾਂ, ਤੁਸੀਂ ਇਹਨੂੰ ਤਾਕ ਲਓ, ਜੇ ਰੱਖਣਾ ਜਾਂ ਤੇ ਠੀਕ ਹੈ। ਕਹਿੰਦਾ ਮੈਂ ਆਪਣੀ ਛੁੱਟੀ ਗੁਜ਼ਾਰ ਕੇ ਤੇ ਵਾਪਸ ਆ ਗਿਆ। ਕਹਿੰਦਾ ਭਾਈਏ ਨੂੰ ਮੈਂ ਉਸੇ ਰੂਟੀਨ ਨਾਲ ਜਿਹੜਾ ਨਾ ਪੈਸੇ ਟੋਰਦਾ ਰਿਹਾ। ਕਹਿੰਦਾ ਮੈਂ ਨਹੀਂ ਕਿਸੇ ਚੀਜ਼ 'ਚ ਕਮੀ ਆਵਣ ਦਿੱਤੀ। ਮੈਂ ਕਿਹਾ ਚਲੋ ਜੋ ਵੀ ਹੈ। ਕਹਿੰਦਾ ਜਨਾਨੀ ਨਾਲ ਕਿਸੇ ਟਾਈਮ ਗੱਲ ਕਰਾ ਦਿੰਦੇ ਸੀ ਤੇ ਸਲਾਮ ਅਲੈਕਮ ਮੈਂ ਕਰ ਲੈਂਦਾ ਸਾਂ। ਕਹਿੰਦਾ ਫਿਰ ਮੈਂ ਪਾਕਿਸਤਾਨ ਗਿਆ, ਜਾ ਕੇ ਤੇ ਕਹਿੰਦੇ ਚੰਗੀ ਭਲੀ ਹੋਲੀ ਹੋਈ। ਕਹਿੰਦਾ ਮੈਂ ਕਿਹਾ ਤੂੰ ਤੇ ਜਿਹੜਾ ਚੰਗੀ ਭਲੀ ਹੋਲੀ ਹੋਈ ਹੈ, ਲੱਗਦਾ ਵਰਤੋਂ ਸ਼ੁਰੂ ਕੀਤੀ ਆ ਘਰ ਦੇ। ਕਹਿੰਦਾ ਕਿੱਥੇ ਹੋਲੀ ਹੋਈ ਹੈ, ਉਸੇ ਤਰ੍ਹਾਂ ਦੀ ਉਸ ਤਰ੍ਹਾਂ। ਕਹਿੰਦਾ ਮੈਂ ਉਹਦਾ ਵਜ਼ਨ ਤੋਲਿਆ ਸੀ, ਉਸ ਵੇਲੇ ਵਜ਼ਨ ਜ਼ਿਆਦਾ ਸੀ ਤੇ ਹੁਣ ਘਟਿਆ ਸੀ। ਕਹਿੰਦੀ ਹੈ ਕਿ ਮੇਰਾ ਵਜ਼ਨ ਤੇ ਉਂਝ ਹੀ ਘਟ ਗਿਆ, ਤੁਹਾਡੇ ਘਰ ਤੇ ਖਾਣ ਪੀਣ ਨੂੰ ਵਾਲ ਨਹੀਂ ਲੱਭਦਾ। ਕਹਿੰਦਾ ਮੈਂ ਕਿਹਾ ਕਿਉਂ ਨਹੀਂ ਲੱਭਦਾ, ਅਜੇ ਤੱਕ ਦਿਹਾੜੀ ਬੱਕਰਾ ਬਣਿਆ ਸੀ, ਸ਼ਾਮੀ ਫਲਾਣੀ ਚੀਜ਼ ਬਣੀ ਸੀ, ਫ੍ਰਿਜ ਸਾਡਾ ਫਰੂਟ ਨਾਲ ਭਰਿਆ। ਉਹ ਆਂਦੀ ਹੈ ਭਰਿਆ ਆਵੇਗਾ ਲੇਕਿਨ ਦਿਹਾੜੀ ਜਿਹੜਾ ਫਰੂਟ ਦਾ ਤਾਲਾ ਲਾ ਦਿੰਦੇ ਫ੍ਰਿਜ 'ਚ, ਮੈਨੂੰ ਕੋਈ ਸ਼ੈ ਨਹੀਂ। ਕਹਿੰਦਾ ਮੈਂ ਕਿਹਾ ਜਾ ਝੂਠ ਨਾ ਮਾਰਿਆ ਹੈ ਵੀ। ਬਹਰਹਾਲ ਕਹਿੰਦਾ ਇਹ ਗੱਲ ਜੋ ਵੀ ਹੈ ਮੈਂ ਇਗਨੋਰ ਕੀਤੀ। ਕਹਿੰਦਾ ਫਿਰ ਆਸਤਾ ਆਸਤਾ ਮੇਰੇ ਬੱਚੇ ਹੋਏ। ਕਹਿੰਦਾ ਮੇਰੇ 2 ਬੱਚੇ ਹੋ ਗਏ। ਕਹਿੰਦਾ ਮੈਨੂੰ ਮੁੰਡੇ ਇੱਥੇ ਆਖਦੇ ਸੀ ਕਿ ਯਾਰ ਸਾਰੀ ਜ਼ਿੰਦਗੀ ਤੂੰ ਕਮਾਉਂਦਿਆ ਰਹਿਣਾ ਤੇ ਕੋਸ਼ਿਸ਼ ਕਰ ਆਪਣੇ ਬੱਚੇ ਜਿਹੜੇ ਨੇ ਇੱਥੇ ਮੰਗਾ ਲੈ। ਕਹਿੰਦਾ ਮੈਂ ਵੀ ਗੱਲ ਸੁਣ ਲਈ। ਕਹਿੰਦਾ ਮੈਂ ਘਰ ਗੱਲ ਕੀਤੀ, ਮੈਂ ਕਿਹਾ ਇਸ ਤਰ੍ਹਾਂ ਜਿਹੜਾ ਨਾ ਮੈਂ ਆਪਣੇ ਬੱਚੇ ਮੰਗਾਣੇ ਨੇ। ਕਹਿੰਦਾ ਨਾ ਨਾ ਇਹਨੂੰ ਕੀ ਕਰਨੀ, ਮੰਗਾ ਕੇ ਇਹ ਇੱਥੇ ਹੀ ਸਹੀ ਹੈ। ਕਹਿੰਦਾ ਭੈਣਾਂ ਵੀ ਇਕੱਠੀਆਂ ਹੋ ਗਈਆਂ, ਭਰਜਾਈ ਵੀ ਨਾਲ ਲੱਗ ਗਈ, ਭਰਾ ਜਿਹੜਾ ਮੇਰੇ ਤੇ ਗੁੱਸਾ ਕਰੇ। ਕਹਿੰਦਾ ਮੈਂ ਤੇ ਉਹਨਾਂ ਵਾਸਤੇ ਮਸ਼ੀਨ ਸਾ ATM ਕਾਰਡ ਸਾਂ ਜਿਹਨੂੰ ਇਸਤੇਮਾਲ ਕਰਦੇ ਸੀ ਤੇ ਪੈਸੇ ਕਮਾ ਕੇ ਮੈਂ ਇਹਨਾਂ ਨੂੰ ਦਿੰਦਾ ਸੀ। ਬਹਰਹਾਲ ਉਹ ਕਹਿੰਦਾ ਸਾਰੇ ਗੁੱਸਾ ਕਰ ਗਏ। ਮੈਂ ਕਿਹਾ ਜੋ ਮਰਜ਼ੀ ਕਰੋ ਲੇਕਿਨ ਇਹਨਾਂ ਦੇ ਪਾਸਪੋਰਟ ਬਣਵਾਓ ਤੇ ਮੈਂ ਇਹਨਾਂ ਨੂੰ ਬਾਹਰ ਲੈ ਕੇ ਆਉਣਾ। ਕਹਿੰਦਾ ਮੈਂ ਪੈਸੇ ਟੋਰੇ, ਭਰਾ ਕਹਿੰਦਾ ਹਲਾ ਬਣਵਾਣਾ ਪਾਸਪੋਰਟ। ਕਹਿੰਦਾ ਕਰਦਿਆ ਕਰਾਇਆ ਉਹਨੇ 4-5 ਮਹੀਨੇ ਲਾਤੇ, ਉਹਨੇ ਪਾਸਪੋਰਟ ਕੋ ਨਾ ਬਣਵਾਏ। ਕਹਿੰਦਾ ਮੈਂ ਪੁੱਛਿਆ ਭਾਜੀ ਕੁਝ ਹੋਇਆ? ਕਹਿੰਦਾ ਨਹੀਂ ਮੈਂ ਕਰਨਾ ਕੋਸ਼ਿਸ਼, ਮੈਨੂੰ ਟਾਈਮ ਨਹੀਂ ਲੱਗਦਾ ਪਿਆ, ਨਾਲੇ ਉਹ ਪੈਸੇ ਲੱਗ ਗਏ ਸੀ। ਕਹਿੰਦਾ ਮੇਰਾ ਇੱਕ ਦੋਸਤ ਹੈ, ਮੈਂ ਉਹਨੂੰ ਆਖਿਆ ਕਿ ਯਾਰ ਮੇਰੇ ਬੱਚਿਆਂ ਨੂੰ ਨਾਲ ਲੈ ਜਾ ਤੇ ਉਹਨਾਂ ਦੇ ਪਾਸਪੋਰਟ ਬਣਵਾ ਦੇ। ਉਹਨੇ ਕਿਹਾ ਠੀਕ ਹੈ ਕੋਈ ਮਸਲਾ ਨਹੀਂ। ਕਹਿੰਦਾ ਉਹ ਆ ਗਿਆ ਨਾਲ ਲੈ ਕੇ ਰਕਸ਼ੇ ਜਾ ਕੇ ਉਹਨੇ ਪਾਸਪੋਰਟ ਜਿਹੜਾ ਅਪਲਾਈ ਕਰਾ ਦਿੱਤੇ। ਘਰਦਿਆਂ ਨੂੰ ਪਤਾ ਲੱਗਾ ਕਿ ਕੀ ਕੀਤਾ। ਕਹਿੰਦਾ ਮੈਂ ਕਿਹਾ ਇਸ ਤਰ੍ਹਾਂ ਉਹਨਾਂ ਦੇ ਪਾਸਪੋਰਟ ਅਪਲਾਈ ਕਰਾਏ ਨੇ। ਉਹਨੇ ਆਖਿਆ ਪਾਸਪੋਰਟ ਤੇ ਭਰਾ ਜੇ ਤੇਰਾ ਘਰ ਹੈ ਬਾਹਰ ਮੁੰਡੇ ਨੂੰ ਕਿਉਂ ਆਖੀ? ਕਹਿੰਦਾ ਮੈਂ ਕਿਹਾ ਉਹਨੂੰ ਕਦੋਂ ਦਾ ਆਖਿਆ, 3-4 ਮਹੀਨੇ ਹੋ ਗਏ ਨੇ ਤੇ ਭਾਈ ਗੱਲ ਹੀ ਨਹੀਂ ਸੁਣਦਾ ਪਿਆ ਤੇ ਇਸ ਵਾਸਤੇ ਮੈਂ ਜਿਹੜਾ ਨਾ ਉਹਨਾਂ ਦੇ ਪਾਸਪੋਰਟ ਬਾਹਰੋਂ ਬਾਹਰ ਬਣਵਾ ਦਿੱਤੇ ਨੇ। ਕਹਿੰਦਾ ਅੰਮਾ ਨੇ ਬੜਾ ਗੁੱਸਾ ਕੀਤਾ, ਭਰਾ ਨੇ ਬੜਾ ਗੁੱਸਾ ਕੀਤਾ। ਕਹਿੰਦਾ ਹਰ ਮੇਰੇ ਨਾਲ ਉਹਨਾਂ ਕੀ ਵਿਗਾੜਨੀ ਸੀ, ਮੈਂ ਤੇ ਉਹਨਾਂ ਨੂੰ ਪੈਸੇ ਦਿੰਦਾ ਸਾਂ। ਬਹਰਹਾਲ ਕਹਿੰਦਾ ਉਹ ਇਸ ਤਰ੍ਹਾਂ ਰੂਟੀਨ ਚਲੀ। ਜਿਸ ਵੇਲੇ ਪਾਸਪੋਰਟ ਲੱਭ ਗਏ ਤੇ ਕਹਿੰਦਾ ਮੈਂ ਕਾਪੀਆਂ ਜਿਹੜੀਆਂ ਨੇ ਨਾ ਉਹ ਮੰਗਾ ਲਈਆਂ ਇੱਥੇ। ਕਹਿੰਦਾ ਜਿਹੜੇ ਪਾਸਪੋਰਟ ਨੇ ਉਹ ਆਪਣੇ ਘਰ ਰੱਖੇ। ਕਹਿੰਦੀ ਮੈਂ ਇਹਨਾਂ ਕੋਲ ਨਹੀਂ ਰੱਖਣੇ। ਬਹਰਹਾਲ ਕਹਿੰਦਾ ਉਹ ਇਸੇ ਤਰ੍ਹਾਂ ਹੀ ਹੋਇਆ, ਜਾ ਕੇ ਜਿਹੜਾ ਨਾ ਮੈਂ ਪੇਪਰ ਜਮ੍ਹਾਂ ਕਰਾਏ ਤੇ ਕਹਿੰਦਾ ਪੇਪਰ ਨਿਕਲ ਆਏ। ਕਹਿੰਦਾ ਵੀਜ਼ੇ ਵਾਸਤੇ ਇਸ ਵੇਲੇ ਜਮ੍ਹਾਂ ਕਰਾਏ। ਭਰਾ ਮੇਰਾ ਕਹਿੰਦਾ ਕਿ ਮੈਂ ਆਪੂ ਨਾਲ ਜਾਵਾਂਗਾ, ਮੈਂ ਕਿਸੇ ਹੋਰ ਨੂੰ ਨਾਲ ਨਹੀਂ ਜਾਣ ਦੇਣਾ। ਕਹਿੰਦਾ ਮੈਂ ਕਿਹਾ ਠੀਕ ਹੈ ਤੇਰੀ ਮਰਜ਼ੀ। ਕਹਿੰਦਾ ਜਿਹੜਾ ਨਾ ਭਰਾ ਨਾਲ ਟੁਰ ਗਿਆ। ਕਹਿੰਦਾ ਉੱਥੇ ਜਮ੍ਹਾਂ ਕਰਾ ਕੇ ਆਏ ਕਾਗਜ਼ ਤੇ ਅੰਦਰੋਂ ਇਹਨਾਂ ਸਾਰਿਆਂ ਨੂੰ ਅੱਗ ਲੱਗੀ ਸੀ ਕਿ ਮੇਰੀ बीवी ਬੱਚੇ ਜਿਹੜੇ ਨੇ ਉਹ ਬਾਹਰ ਟੁਰ ਜਾਣਗੇ, ਇਹਨੇ ਸਾਨੂੰ ਪੈਸਾ ਕੋਈ ਨਹੀਂ
ਟੋਰਨਾ। ਬਹਰਹਾਲ ਕਹਿੰਦਾ ਮੈਂ ਤੇ ਇਹੀ ਸੋਚਿਆ ਸੀ ਜੋ ਮਰਜ਼ੀ ਹੋ ਜੇ ਇਹਨਾਂ ਨੂੰ ਮੈਂ ਪੈਸੇ ਟੋਰਨੇ ਹੀ ਟੋਰਨੇ ਨੇ। ਕਹਿੰਦਾ ਜਿਸ ਵੇਲੇ ਵੀਜ਼ੇ ਲੱਗੇ ਨੇ ਨਾ ਤੇ ਜਨਾਨੀ ਮੇਰੀ ਆਂਦੀ ਹੈ ਮੈਂ ਆਪਣੇ ਘਰਦਿਆਂ ਨੂੰ ਖੜਾਂਗੀ, ਇਹਨਾਂ ਨੂੰ ਨਹੀਂ ਖੜਨਾ। ਕਹਿੰਦਾ ਮੈਂ ਕਿਹਾ ਤੂੰ ਛੱਡ ਪਰਾਂ, ਜਿਸ ਤਰ੍ਹਾਂ ਮੇਰਾ ਭਰਾ ਦਾ ਹੁਣ ਤੇ ਤੂੰ ਆ ਜਾਣਾ ਨਾ, ਤੂੰ ਟੈਨਸ਼ਨ ਲੈ। ਬਹਰਹਾਲ ਕਹਿੰਦਾ ਉਹ ਨਾਲ ਗਏ, ਜਿਸ ਵੇਲੇ ਉੱਥੋਂ ਵੀਜ਼ੇ ਲੱਗੇ ਤੇ ਕਾਗਜ਼ ਲੈ ਕੇ ਪਾਸਪੋਰਟ ਘਰ ਆਏ। ਕਹਿੰਦਾ ਜਿਸ ਵੇਲੇ ਘਰ ਆਏ ਤੇ ਉਸ ਤੋਂ ਬਾਅਦ ਦੂਸਰੇ ਦਿਨ ਜਨਾਨੀ ਨੂੰ ਜਿਹੜਾ ਪਾਸਪੋਰਟ ਹੀ ਕੋਨਾ ਲੱਭਣ। ਉਹਨੇ ਸਾਰੇ ਘਰਦਿਆਂ ਕੋਲ ਪੁੱਛਿਆ ਅੰਮੀ ਤੁਸੀਂ ਪਾਸਪੋਰਟ ਤੇ ਨਹੀਂ ਚੁੱਕੇ? ਭਰਾ ਨੂੰ ਪੁੱਛਿਆ, ਉਹਨਾਂ ਕਿਹਾ ਸਾਨੂੰ ਕੀ ਪਤਾ, ਸਾਡੇ ਨਾਲ ਡਰਾਮੇ ਨਾਲ ਆਇਆ ਵੀ ਪਾਸਪੋਰਟ ਤੇਰੇ ਕੋਲ ਹੀ ਨੇ। ਕਹਿੰਦਾ ਮੈਨੂੰ ਫੋਨ ਕਰਕੇ ਦੱਸਿਆ ਇਸ ਤਰ੍ਹਾਂ ਪਾਸਪੋਰਟ ਨਹੀਂ ਲੱਭਦੇ ਪਏ। ਕਹਿੰਦਾ ਮੈਂ ਪਰੇਸ਼ਾਨ ਹੋ ਗਿਆ, ਤੂੰ ਕਿੱਥੇ ਰੱਖੇ ਸੀ? ਕਹਿੰਦਾ ਅੰਮਾ ਜੀ ਕਹਿੰਦੇ ਪੁੱਤਰ ਸਾਡੇ ਤੇ ਇਲਜ਼ਾਮ ਪੀ ਲਾਂਦੀ ਹੈ, ਭੈਣਾਂ ਆਖਣ ਕੇ ਸਾਡੇ ਤੇ ਇਲਜ਼ਾਮ ਪੀ ਲਾਂਦੀ ਹੈ, ਝੂਠ ਮਾਰਦੀ ਹੈ ਪਈ। ਕਹਿੰਦਾ ਮੈਨੂੰ ਇੰਨਾ ਪਤਾ ਸੀ ਕਿ ਮੇਰੀ ਜਨਾਨੀ ਝੂਠ ਨਹੀਂ ਮਾਰਦੀ। ਬਹਰਹਾਲ ਕਹਿੰਦਾ ਮੈਨੂੰ ਸਮਝ ਨਾ ਆਵੇ ਹੁਣ ਮੈਂ ਕੀ ਕਰਾਂ। ਕਹਿੰਦਾ ਫਿਰ ਮੈਂ ਟਿਕਟ ਲਈ ਤੇ ਪਾਕਿਸਤਾਨ ਆ ਗਿਆ। ਕਹਿੰਦਾ ਜਿਸ ਵੇਲੇ ਮੈਂ ਪਾਕਿਸਤਾਨ ਆਇਆ ਤੇ ਆ ਕੇ ਜਿਹੜਾ ਮੈਂ ਫਿਰ ਉਹਨਾਂ ਸਾਰਿਆਂ ਨਾਲ ਗੱਲ ਕੀਤੀ, ਮੈਂ ਸਾਰਿਆਂ ਕੋਲ ਮੈਂ ਕਸਮ ਕੁਰਾਨ ਲੈ ਲੈਣੀ ਹੈ ਤੇ ਚੁੱਪ ਕਰਕੇ ਜਿਹੜਾ ਨਾ ਮੇਰੇ ਪਾਸਪੋਰਟ ਕੱਢ ਦਿਓ। ਕਹਿੰਦਾ ਕੋਈ ਵੀ ਆਂਦਾ ਅਸੀਂ ਕਿਉਂ ਕੁਰਾਨ ਦੇਣਾ, ਤੂੰ ਸਾਨੂੰ ਜਾਣਦਾ ਨਹੀਂ ਹੈ, ਹੁਣ ਸਾਡੇ ਤੇ ਸ਼ੱਕ ਕਰੇਗਾ, ਆਪਣੀ ਹੁਸ਼ਿਆਰਚੱਕ ਜਨਾਨੀ ਕੋਲੋਂ ਪੁੱਛ। ਕਹਿੰਦਾ ਮੈਂ ਕਿਹਾ ਉਹਦੇ ਕੋਲੋਂ ਕੀ ਪੁੱਛਾਂ, ਤੁਸੀਂ ਜਿਹੜਾ ਨਾ ਮੇਰੇ ਪਾਸਪੋਰਟ। ਕਹਿੰਦਾ ਬਹਰਹਾਲ ਨਾ ਉਹ ਕੋਨਾ ਪਾਸਪੋਰਟ। ਕਹਿੰਦਾ ਮੈਂ ਤੰਗ ਆ ਗਿਆ। ਕਹਿੰਦਾ ਮੈਂ ਫੜੀ ਛੁਰੀ। ਕਹਿੰਦਾ ਮੈਂ ਕਿਹਾ ਮੇਰੇ ਗਲੇ ਤੇ ਰੱਖ ਤੇ ਮੇਰਾ ਗਲਾ ਵੜ ਦੇ, ਉਹ ਮੇਰੇ ਬੱਚੇ ਬੈਠੇ ਨਹੀਂ ਇਹਨਾਂ ਦੇ ਵੀ ਗਲੇ ਵੜ ਦੇ, ਬਾਹਰ ਤੇ ਮੈਂ ਲੈ ਕੇ ਜਾਣੇ ਨੇ ਜਾਂ ਸਾਨੂੰ ਮਾਰ ਦੇ। ਕਹਿੰਦਾ ਫੇਰ ਵੀ ਉਹਦਾ ਦਿਲ ਨਰਮ ਕੋਨਾ ਪਿਆ, ਕਿਸੇ ਕਾਰ ਦਾ ਵੀ ਦਿਲ ਨਰਮ ਨਾ ਪਿਆ। ਕਹਿੰਦਾ ਉਹਨਾਂ ਛੁਰੀ ਚੁੱਕ ਕੇ ਪਰਾਂ ਸਰ ਦੇ, ਉਹਨਾਂ ਕਿਹਾ ਪੁੱਤਰ ਸਾਨੂੰ ਨਾ ਇਹਨਾਂ ਗੱਲਾਂ ਤੋਂ ਡਰਾ ਸੀ, ਤੱਕੇ ਨੇ ਬੜੇ ਤੇਰੇ ਜੋ। ਕਹਿੰਦਾ ਮੈਂ ਫਿਰ ਚੁੱਪ ਕਰ ਗਿਆ। ਕਹਿੰਦਾ ਮੈਂ ਨਾ ਦਿਮਾਗ 'ਚ ਇੱਕ ਆਈਡੀਆ ਸੋਚਿਆ। ਕਹਿੰਦਾ ਮੈਂ ਨਾ ਘਰ ਲਿਆ ਕੇ ਨਾ ਡੱਬੀ ਇੱਕ, ਕਹਿੰਦਾ ਮੈਂ ਕਿਹਾ ਇਹ ਜ਼ਹਿਰ ਦੀਆਂ ਗੋਲੀਆਂ ਨੇ, ਮੈਂ ਆਪੂ ਵੀ ਖਾ ਲੈਣੀਆਂ ਨੇ ਤੇ ਬੱਚਿਆਂ ਨੂੰ ਵੀ ਖਵਾਲ ਦੇਣੀਆਂ। ਉਹਨਾਂ ਆਖਿਆ 100 ਵਾਰੀ ਖਾ ਜੇ ਖਾਣੀਆਂ ਨਹੀਂ, ਸਾਨੂੰ ਜਿਹੜਾ ਕਿ ਡਰਾਨੇ ਪਿਆ ਤੂੰ। ਕਹਿੰਦਾ ਬਹਰਹਾਲ ਨਾ ਉਹ ਜਿਸ ਵੇਲੇ ਕਹਿੰਦਾ ਮੈਂ ਸਾਰਿਆਂ ਨੂੰ ਆਖਿਆ ਕਿ ਸਾਰੇ ਮੇਰੀ ਗੱਲ ਦਾ ਯਕੀਨ ਨਹੀਂ ਸੀ ਕਰਦੇ ਪਏ। ਕਹਿੰਦਾ ਮੈਂ ਮਹੱਲੇ ਵਾਲਿਆਂ ਨੂੰ ਵੀ ਆਖਿਆ ਕਿ ਮੈਂ ਗੋਲੀਆਂ ਖਾ ਲੈਣੀਆਂ, ਇਹ ਸਾਡੇ ਪਾਸਪੋਰਟ ਨਹੀਂ ਦਿੰਦੇ ਪਏ। ਕਹਿੰਦਾ ਮਹੱਲੇ ਵਾਲੇ ਆਂਦੇ ਨੇ ਨਾ ਕਰੋ, ਮੁੰਡੇ ਨਾਲ ਇਸ ਤਰ੍ਹਾਂ ਸਾਰੀ ਜ਼ਿੰਦਗੀ ਤੁਹਾਨੂੰ ਕਮਾ ਕੇ ਦਿੰਦਾ ਰਿਹਾ, ਦਿਓ ਉਸ ਪਾਸਪੋਰਟ, ਆਪਣੇ ਬੀਵੀ ਬੱਚੇ ਲੈ ਜੇ। ਉਹਨਾਂ ਆਖਿਆ ਸਾਡੇ ਕੋਲ ਹੈ ਹੀ ਕੋਈ ਨਹੀਂ। ਕਹਿੰਦਾ ਬਹਰਹਾਲ ਨਾ ਮੈਂ ਆਪਣੇ ਬੱਚਿਆਂ ਨੂੰ ਵੀ ਗੋਲੀਆਂ ਖਵਾ ਲਈਆਂ, ਆਪਣੀ ਬੀਵੀ ਨੂੰ ਵੀ ਗੋਲੀ ਖਵਾਈ। ਕਹਿੰਦਾ ਆਪੋ ਵੀ ਮੈਂ ਗੋਲੀਆਂ ਖਾਓ ਨਾ ਸਾਹਮਣੇ ਖਾਧੀਆਂ। ਮੈਂ ਜ਼ਰਾ ਹੋਸ਼ ਵਿੱਚ ਸਾਂ, ਇਤਨੀ ਦੇਰ ਨੂੰ ਅੰਮਾ ਰੀ ਦੌੜਦੇ ਆਏ। ਕਹਿੰਦੇ ਲੈ ਪੁੱਤਰ ਆਪਣੇ ਪਾਸਪੋਰਟ ਫੜ, ਇਹ ਤੇਰੀ ਭੈਣ ਕੋਲ ਸੀ। ਕਹਿੰਦਾ ਜੂ ਹੀ ਮੈਨੂੰ ਪਾਸਪੋਰਟ ਫੜਾਏ, ਜ਼ਾਰੀ ਗੱਲ ਆ ਅਸਾਂ ਗੋਲੀਆਂ ਤੇ ਖਾ ਲਈਆਂ ਸੀ। ਕਹਿੰਦਾ ਮੇਰੇ ਮੂੰਹ ਚੋਂ ਗੱਲ ਕੋਈ ਨਹੀਂ ਸੀ ਨਿਕਲਦੀ ਪਈ। ਕਹਿੰਦਾ ਜੂ ਹੀ ਉੱਥੇ ਹਸਪਤਾਲ ਪਹੁੰਚੇ ਆ ਤੇ ਕਹਿੰਦਾ ਮੇਰੀ ਥੋੜੀਆਂ ਅੱਖਾਂ ਖੁੱਲੀਆਂ ਤੇ ਮੈਂ ਉੱਠ ਕੇ ਖਲੋ ਗਿਆ। ਕਹਿੰਦਾ ਮੁੜੇ ਮੇਰੇ ਜਿਹੜੇ ਦੋਏ ਨੇ ਉਹਨਾਂ ਨੂੰ ਡਾਕਟਰ ਅੰਦਰ ਲੈ ਗਿਆ ਸੀ ਤੇ ਬੀਵੀ ਜਿਹੜੀ ਆ ਉਹ ਦੂਸਰੇ ਕਮਰੇ 'ਚ ਲੈ ਗਏ ਸੀ। ਕਹਿੰਦਾ ਨਾ ਦੱਸਿਆ ਕਿ ਇਸ ਤਰ੍ਹਾਂ ਇਹਨਾਂ ਗੋਲੀਆਂ ਖਾ ਲਈਆਂ ਨੇ। ਕਹਿੰਦਾ ਸਾਰੇ ਕਮਰਿਆਂ ਹੀ ਗਏ। ਕਹਿੰਦਾ ਮੈਂ ਜੂ ਹੀ ਉੱਠ ਕੇ ਖਲੋਤਾ, ਇਹ ਮੇਰਾ ਦਿਮਾਗ ਸਹੀ ਤਰ੍ਹਾਂ ਕੰਮ ਨਹੀਂ ਸੀ ਕਰ ਰਿਹਾ। ਡਾਕਟਰ ਆ ਕੇ ਕਹਿੰਦਾ ਕਿ ਤੁਹਾਡੇ ਦੋਵਾਂ ਬੱਚਿਆਂ ਦਾ ਜਿਹੜਾ ਨਾ ਆਪਰੇਸ਼ਨ ਕਰਨਾ ਪਵੇਗਾ, ਉਂਝੇ ਬੱਚੇ ਨਹੀਂ ਬਚਦੇ। ਕਹਿੰਦਾ ਮੈਂ ਆਪੂ ਸੁਣ ਕੇ ਥੋੜਾ ਜਿਹਾ ਸ਼ਾਰਟ ਹੋਇਆ। ਕਹਿੰਦਾ ਦਿਮਾਗ ਤੇ ਇਹ ਉਸੇ ਤਰ੍ਹਾਂ ਨੀਂਦਰ ਵੀ ਸੀ। ਕਹਿੰਦਾ ਜਿਸ ਵੇਲੇ ਥੋੜੀ ਹੋਸ਼ ਆਈ ਹੈ ਨਾ ਤੇ ਕਹਿੰਦਾ ਮੈਨੂੰ ਪਤਾ ਲੱਗ ਗਿਆ ਕਿ ਮੇਰੇ ਮੁੰਡਿਆਂ ਦਾ ਆਪਰੇਸ਼ਨ ਕਰਨ ਨੇ। ਕਹਿੰਦਾ ਮੈਂ ਦੌੜਦਾ ਡਾਕਟਰ ਕੋਲ ਗਿਆ। ਮੈਂ ਹੈ ਡਾਕਟਰ ਸਾਹਿਬ ਕੀ ਗੱਲ ਪੇ ਕਰਦੇ ਹੋ? ਉਹਨੇ ਆਖਿਆ ਬਿਲਕੁਲ ਜਿਹੜਾ ਤੁਹਾਡੇ ਦੋਵਾਂ ਬੱਚਿਆਂ ਦੇ ਆਪਰੇਸ਼ਨ ਹੋਣਗੇ। ਕਹਿੰਦਾ ਮੈਂ ਕਿਹਾ ਕਿਸ ਤਰ੍ਹਾਂ ਆਪਰੇਸ਼ਨ ਹੋਣਗੇ? ਇਹਨਾਂ ਨੂੰ ਤਾਂ ਵੈਸੇ ਮੈਂ ਨੀਂਦਰ ਵਾਲੀਆਂ ਗੋਲੀਆਂ ਦਿੱਤੀਆਂ ਸੀ, ਇਹਨਾਂ ਨੂੰ ਮੈਂ ਕਿਹੜਾ ਜਾਨੋਂ ਮਾਰਿਆ ਤੇ ਮੈਂ ਘਰਦਿਆਂ ਨੂੰ ਡਰਾਉਂਦਾ ਸਾਂ ਪਿਆ। ਕਹਿੰਦਾ ਇਤਨੀ ਦੇਰ ਨੂੰ ਵੱਡਾ ਭਰਾ ਦੌੜਦਾ ਆਇਆ। ਉਹਨੇ ਆਖਿਆ ਕੀ ਗੱਲ ਕੀਤੀ ਆ? ਉਹਨੇ ਆਖਿਆ ਜੋ ਕੋ ਭਾਈ ਤੁਸੀਂ ਸੁਣਿਆ ਮੈਂ ਤੇ ਬਿਲਕੁਲ ਠੀਕ ਠਾਕ ਹਾਂ, ਅਸਾਂ ਸਿਰਫ ਦੋ ਨੀਂਦਰ ਵਾਲੀਆਂ ਗੋਲੀਆਂ ਖਾਧੀਆਂ ਸੀ। ਮੈਂ ਇਹਨਾਂ ਨੂੰ ਸਮਝਾਈ ਸਾਰੀ ਗੱਲ ਤੇ ਡਾਕਟਰ ਝੂਠ ਪਿਆ ਮਾਰਦਾ। ਡਾਕਟਰ ਕਹਿੰਦਾ ਨਹੀਂ ਅਸਾਂ ਟੈਸਟ ਕੀਤੇ ਨੇ, ਇਹ ਟੈਸਟ 'ਚ ਆਇਆ ਕਿ ਤੇਰੇ ਦੋਏ ਬੱਚੇ ਜਿਹੜੇ ਬੜੇ ਸਖਤ ਬਿਮਾਰ ਨੇ, ਇਹਨਾਂ ਦੇ ਆਪਰੇਸ਼ਨ ਹੋਣਗੇ। ਕਹਿੰਦਾ ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਰਹਿਣ ਦਿਓ, ਅਸੀਂ ਆਪਰੇਸ਼ਨ ਨਹੀਂ ਕਰਾਉਣਾ, ਨਾ ਹੀ ਸਾਡੇ ਬੱਚੇ ਕੋ ਖਤਰੇ 'ਚ ਨੇ। ਕਹਿੰਦਾ ਮੈਂ ਬੱਚੇ ਆਪਣੇ ਨੂੰ ਫੜਿਆ, ਪਾਸਪੋਰਟ ਅੱਗੇ ਹੀ ਮੇਰੇ ਹੱਥ ਵੀ ਸੀ। ਕਹਿੰਦਾ ਮੈਂ ਨਿਕਲਿਆ ਬਾਹਰ, ਕਹਿੰਦਾ ਲੈ ਕੇ ਆਪਣੇ ਬੱਚਿਆਂ ਨੂੰ ਘਰਦਿਆਂ ਦੇ ਮੂੰਹ ਵੱਲ ਨਹੀਂ ਤੱਕਿਆ। ਕਹਿੰਦਾ ਮੈਂ ਫਟਾਫਟ ਰਕਸ਼ੇ 'ਚ ਬਿਠਾਏ ਤੇ ਸਿੱਧਾ ਜਿਹੜਾ ਆਪਣੇ ਸਾਹਵਰੇ ਲੈ ਗਿਆ। ਕਹਿੰਦਾ ਸਾਹਵਰੇ ਜਾ ਕੇ ਉੱਥੇ ਬਿਠਾ ਦਿੱਤੇ। ਕਹਿੰਦਾ ਸਾਰੇ ਅੰਮਾਰੀ ਉੱਥੇ ਪਹੁੰਚ ਆਏ, ਮੁੰਡੇ ਮੇਰੇ ਬਿਲਕੁਲ ਹੋਸ਼ 'ਚ ਆ ਗਏ ਸੀ। ਉਹਨਾਂ ਆਖਿਆ ਪੁੱਤਰ ਤੂੰ ਸਾਡੇ ਨਾਲ ਐਡਾ ਵੱਡਾ ਡਰਾਮਾ ਕੀਤਾ ਹੈ। ਕਹਿੰਦਾ ਅੰਮਾ ਜੀ ਜਿਹੜਾ ਤੁਸੀਂ ਡਰਾਮਾ ਕੀਤਾ ਇਹਦੇ ਨਾਲ ਤੇ ਮੈਂ ਛੋਟੇ ਹੀ ਡਰਾਮਾ। ਉਹਨੇ ਆਖਿਆ ਪੁੱਤਰ ਇਹ ਤੇਰੀ ਭੈਣ ਦੀ ਸ਼ਰਾਰਤ ਹੈ, ਇਹ ਇਹਦੇ ਤੂੰ ਜਿਹੜਾ ਥੋੜਾ ਗੁੱਸਾ ਕਰਦੀ ਸੀ ਤਾਂ ਵਾਸਤੇ ਉਹਨੇ ਇਹ ਕੰਮ ਕੀਤਾ। ਕਹਿੰਦਾ ਮੈਂ ਕਿਹਾ ਇਹ ਕੋਈ ਗੱਲ ਹੈ ਕਰਨ ਵਾਲੀ? ਮੇਰਾ ਇਤਨਾ ਪੈਸਾ ਖਰਚ ਹੋਇਆ, ਮੈਂ ਇਤਨੀ ਮਿਹਨਤ ਨਾਲ ਜਿਹੜਾ ਇਹਨਾਂ ਦੇ ਵੀਜ਼ੇ ਲਵਾਏ ਨੇ ਤੇ ਤੁਸੀਂ ਆ ਜਾਓ ਕਿ ਮੇਰੀ ਭੈਣ ਦੀ ਸ਼ਰਾਰਤ ਹੈ। ਇਹ ਸ਼ਰਾਰਤ ਨਹੀਂ, ਮੇਰੀ ਜ਼ਿੰਦਗੀ ਨਾਲ ਖੇਡਦੀ ਆਏ ਹੋ ਪਏ ਤੁਸੀਂ, ਇਸ ਵਾਸਤੇ ਮੈਂ ਨਹੀਂ ਹੁਣ ਘਰ ਆਉਣਾ। ਕਹਿੰਦਾ ਪਰ ਮੈਂ ਕਿਹਾ ਇੱਕ ਵਾਰੀ ਮੈਂ ਆਪਣੇ ਬੱਚਿਆਂ ਨੂੰ ਤੇ ਬਾਹਰ ਪਹੁੰਚਾਵਾਂ ਨਾ। ਕਹਿੰਦਾ ਮੈਂ ਆਪਣੇ ਬੱਚਿਆਂ ਨੂੰ ਫਿਰ ਬਾਹਰ ਪਹੁੰਚਾ ਕੇ ਕਹਿੰਦਾ ਫਿਰ 2 ਸਾਲ ਉੱਥੇ ਰਿਹਾ। ਕਹਿੰਦਾ ਮੈਂ ਇਹਨਾਂ ਨੂੰ ਥੋੜੇ ਬਹੁਤ ਪੈਸੇ ਟੋਰਦਾ ਰਿਹਾ, ਲੇਕਿਨ ਕਹਿੰਦਾ ਮੈਂ ਜਿਸ ਵੇਲੇ ਵਾਪਸ ਆਇਆ ਫਿਰ ਮੇਰੇ ਕੋਲ ਸਾਰੇ ਮਾਫੀਆਂ ਮੰਗਣ। ਕਹਿੰਦਾ ਮੇਰੀ ਜਨਾਨੀ ਨਾਲ ਵੀ ਸਾਰੇ ਗੱਲਾਂ ਕਰਨ, ਧੀਏ ਸਾਨੂੰ ਮਾਫ ਕਰ ਦੇ। ਕਹਿੰਦਾ ਹੁਣ ਉਹਨਾਂ ਨੂੰ ਪਤਾ ਸੀ ਇਹ ਬਾਹਰ ਟੁਰ ਗਈ ਹੈ, ਸਾਡੇ ਹੱਥੋਂ ਨਿਕਲ ਗਈ ਹੈ, ਇਹਨੇ ਕਾਬੂ ਕੋਈ ਨਹੀਂ ਆਉਣਾ। ਲੇਕਿਨ ਕਹਿੰਦਾ ਜਨਾਨੀ ਮੇਰੀ ਕਹਿੰਦੀ ਆ ਮੈਂ ਇਹਨਾਂ ਤੇ ਕਦੇ ਵੀ ਭਰੋਸਾ ਨਹੀਂ ਕਰਾਂਗੀ, ਤੁਸੀਂ 100 ਵਾਰੀ ਜਾ ਕੇ ਆਪਣੇ ਭਰਾਵਾਂ ਨੂੰ
ਨੂੰ ਮਿਲੋ, ਭੈਣਾਂ ਨੂੰ ਮਿਲੋ, ਮਾਂ ਨੂੰ ਮਿਲੋ, ਮੈਨੂੰ ਕੋਈ ਇਤਰਾਜ਼ ਨਹੀਂ। ਮੇਰੇ ਨਾਲ ਤੇ ਨਾ ਕੋਈ ਫੋਨ ਤੇ ਗੱਲ ਕਰੇ ਤੇ ਨਾ ਹੀ ਮੈਂ ਉਹਨਾਂ ਨਾਲ ਕਰਨੀ ਹੈ, ਕਿਉਂਕਿ ਜੋ ਕੋ ਮੇਰੇ ਨਾਲ ਉਹ ਕਰ ਬੈਠੇ ਨੇ। ਕਹਿੰਦਾ ਮੈਂ ਕਿਹਾ ਸਹੀ ਹੈ, ਤੇਰੀ ਮਰਜ਼ੀ, ਜਿਸ ਤਰ੍ਹਾਂ ਮਰਜ਼ੀ ਪਈ ਕਰ, ਲੇਕਿਨ ਕਹਿੰਦਾ ਮੈਂ ਫੇਰ ਵੀ ਇਹਨਾਂ ਨੂੰ ਹਰਚਾ ਮਰਚਾ ਭੇਜਦਾ ਰਿਹਾ। ਇਤਨੀ ਵੱਡੀ ਨਾ ਗੇਮ ਖੇਡੀ, ਲੇਕਿਨ ਮੈਂ ਉਹਨਾਂ ਨੂੰ ਫੇਰ ਵੀ ਜਿਹੜਾ ਇਗਨੋਰ ਕੀਤਾ। ਲੇਕਿਨ ਬਾਕੀ ਇਹ ਕਿ ਕੋਸ਼ਿਸ਼ ਕਰਿਆ ਕਰੋ, ਅਗਰ ਵੀਡੀਓ ਅੱਛੀ ਲੱਗੇ ਤੇ ਲਾਈਕ ਕਰ ਦਿਆ ਕਰੋ, ਕਮੈਂਟਸ ਕਰ ਦਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ।